चुके हैं कि कोऑर्डिनेशन कंपाउंड की होंदा वा और डबल साल्ट की होंदा वा और डबल साल्ट और कोऑर्डिनेशन कंपाउंड के डिफरेंस की होंदा वा। वो सारी चीज़ां असीं पिछे स्टडी कर चुके हैं। जिहड़ा कोऑर्डिनेशन कंपाउंड है वो चाहे सॉलिड स्टेट दे विच है, चाहे लिक्विड स्टेट दे विच, चाहे कि सोल्यूशन दे विच उहनूं डिजोल्व करता वा, उहनूं सोल्यूशन दे विच मिक्स करता वा, वो आपकी प्रॉपर्टीज रिटेन नहीं करता। वो आपकी जिहड़ियां प्रॉपर्टीज है उन्होंने रिटेन करके रखता। सुनो जिहड़ा तुहाडा कोऑर्डिनेशन कंपाउंड है, चाहे वो सॉलिड स्टेट दे विच है, चाहे वो लिक्विड स्टेट दे विच है, मीनस उहनूं किसी एक्वा सोल्यूशन दे विच जां कि सॉल्वेंट दे विच तुसीं मिक्स करता वा, कि सॉल्वेंट दे विच ऐड करता वा, वो आपकी प्रॉपर्टीज रिटेन करके रखता वा, मीन आपकी प्रॉपर्टीज चेंज नहीं करता। बट जिहड़ा डबल साल्ट है वो सॉलिड स्टेट दे विच सॉल्ड ही हुंदा वा, बट जदों उहनूं किसी लिक्विड स्टेट दे विच लैके आईदा वा, मीनस उहनूं किसी एक्वा सोल्यूशन दे विच मिक्स कर दईदा, कि सॉल्वेंट च मिक्स कर दईदा वा, वो आपकी प्रॉपर्टीज रिटेन कर दिंदा। मीन आपके जिहड़े आयन्स आ उन्होंने डिसोशिएट कर दिंदा वा, अलग अलग कर दिंदा। इहो डबल साल्ट और कोऑर्डिनेशन कंपाउंड के डिफरेंस है। एग्जाम्पल लईआं असीं साडे ब्लड दे विच होमोग्लोबिन हुंदा वा, जिहड़ा होमोग्लोबिन है वो की है जी, इट इज़ द कोऑर्डिनेशन कंपाउंड ऑफ आयरन। इदां गल करिए साडे पत्ते जिहड़े लीव्स ग्रीन क्यों होंदे आ, जिहड़े साडे जिन्ने भी प्लांट्स आ ਉਹਦੇ ਲੀਵਸ ग्रीन कद ਹੁੰਦੇ ਆ, ਉਹਦਾ ਕੀ ਕਾਰਨ ਹੈ ਜੀ? ਆਪਾਂ ਕਹਿ ਸਕਦੇ ਹਾਂ ਕਿ ਪੱਤਿਆਂ ਦੇ ਵਿੱਚ ਕਲੋਰੋਫਿਲ ਹੁੰਦੀ ਹੈ ਔਰ ਕਲੋਰੋਫਿਲ ਇਜ਼ ਦਾ ਕੋਆਰਡੀਨੇਸ਼ਨ ਕੰਪਾਊਂਡ ਆਫ ਮੈਗਨੀਜ਼ੀਅਮ। ਉੱਦਾਂ ਹੀ ਇੱਕ ਵਿਟਾਮਿਨ ਦੀ ਗੱਲ ਕਰਦੇ, ਵਿਟਾਮਿਨ B12 ਹੁੰਦਾ ਵਾ, ਅਸੀਂ ਅਗਲੇ ਚੈਪਟਰਾਂ ਦੇ ਵਿੱਚ ਪੜਾਂਗੇ। ਜਿਹੜਾ ਵਿਟਾਮਿਨ B12 ਹੈ, ਸੋ ਵਿਟਾਮਿਨ B12 ਇਜ਼ ਦਾ ਕੋਆਰਡੀਨੇਸ਼ਨ ਕੰਪਾਊਂਡ ਆਫ ਕੁਆਰਟ। ਇੱਦਾਂ ਕਰਕੇ ਵੀ ਇਹ ਐਗਜ਼ਾਮਪਲ ਲਈਆਂ ਨੇ। ਸੋ ਅੱਜ ਅਸੀਂ ਇਹਦੇ ਵਿੱਚ ਗੱਲ ਕਰਾਂਗੇ ਜੀ ਐਲਫਰਡ ਵਰਨਰ ਕੋਆਰਡੀਨੇਸ਼ਨ ਥਿਊਰੀ। ਸੋ ਵੇਖੋ ਜੀ ਜਿਹੜਾ ਐਲਫਰਡ ਵਰਨਰ ਹੈ ਇਹ ਇੱਕ ਸਾਇੰਟਿਸਟ ਹੋਇਆ ਵਾ। ਦੇਖੋ ਜੀ ਮੈਂ ਲਿਖਿਆ ਕਿ ਐਲਫਰਡ ਵਰਨਰ ਇਜ਼ ਏ ਸਵਿਸ ਕੈਮਿਸਟ। ਇਹ ਵੀ ਹੈ ਜੀ ਇੱਕ ਸਵਿਸ ਕੈਮਿਸਟ ਹੀ, ਇੱਕ ਕਹਿ ਸਕਦੇ ਹਾਂ ਇੱਕ ਸਰਚਰ ਹੀ, ਜਿਹਨੇ ਸਭ ਤੋਂ ਪਹਿਲਾਂ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕੀਤੀ ਹੈ। ਸਭ ਤੋਂ ਪਹਿਲਾਂ ਕੋਆਰਡੀਨੇਸ਼ਨ ਕੰਪਾਊਂਡ ਦੇ ਰਿਸਰਚ ਕੀਤੀ ਹੈ ਔਰ ਇਹਦੇ ਨਾਲ ਰਿਲੇਟਡ ਪ੍ਰੂਫ ਲੱਭੇ ਆ। ਉਹਨੇ ਪ੍ਰੂਫ ਜਿਹੜੇ ਆ ਕਲੈਕਟ ਕੀਤੇ ਸੀ ਕਿ ਕੋਆਰਡੀਨੇਸ਼ਨ ਕੰਪਾਊਂਡ ਹੁੰਦਾ ਵਾ। ਸੋ ਵੇਖੋ ਜੀ ਨੈਕਸਟ ਪੜ੍ਹਦੇ ਹਾਂ ਐਲਫਰਡ ਵਰਨਰ ਫਸਟ ਟਾਈਮ ਸਟੱਡੀ ਆਫ ਕੋਆਰਡੀਨੇਸ਼ਨ ਕੰਪਾਊਂਡ ਇਨ 1893। ਸੋ ਜਿਹੜਾ ਐਲਫਰਡ ਵਰਨਰ ਆ ਉਹਨੇ ਸਭ ਤੋਂ ਪਹਿਲਾਂ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕਦੋਂ ਕੀਤੀ ਸੀ? ਕਿਹੜੇ ਈਅਰ 'ਚ ਕੀਤੀ ਸੀ? 1893 ਦੇ ਵਿੱਚ। ਸੋ ਜਿਹੜਾ ਤੁਹਾਡਾ ਐਲਫਰਡ ਵਰਨਰ ਆ, ਜਿਹੜਾ ਇੱਕ ਸਵਿਸ ਕੈਮਿਸਟ ਹੋਇਆ ਵਾ, ਉਹਨੇ ਸਭ ਤੋਂ ਪਹਿਲਾਂ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕੀਤੀ ਸੀ। ਕਿਹੜੇ ਈਅਰ 'ਚ ਕੀਤੀ ਸੀ? 1893 ਦੇ ਵਿੱਚ। ਸੋ ਉਸ ਤੋਂ ਬਾਅਦ ਦੇਖੋ ਜੀ ਇਹਦੇ ਵਿੱਚ ਕੀ ਲੱਭਿਆ ਹੈ। ਸੋ ਆਪਾਂ ਪੜ੍ਹਦੇ ਹਾਂ ਇਹਦੇ ਵਿੱਚ ਕੀ ਪ੍ਰੂਫ ਕੀਤੀ ਸੀ, ਕੀ ਰਿਸਰਚ ਕੀਤੀ। Why the central atoms are bounded by ions and molecules by which or various methods? ਉਹਨੇ ਕਿਹਾ ਕਿ ਜਿਹੜਾ ਇੱਕ ਸੈਂਟਰਲ ਐਟਮ ਆ, ਸੈਂਟਰਲ ਐਟਮ ਦੇ ਵਿੱਚ ਮੋਸਟਲੀ ਮੈਟਲ ਹੁੰਦਾ। ਸੈਂਟਰਲ ਐਟਮ ਦੇ ਵਿੱਚ ਮੋਸਟਲੀ ਮੈਟਲ ਹੁੰਦਾ ਹੈ। ਕਿ ਸਟਰਕਚਰ ਪੜ੍ਹਨੇ ਆ ਤੁਹਾਨੂੰ ਸਾਰੀ ਚੀਜ਼ ਸਮਝ ਆ ਜਾਊਗੀ। ਸੋ ਇਹਦੇ ਵਿੱਚ ਜਿਹੜਾ ਸੈਂਟਰਲ ਐਟਮ ਲਿਖਿਆ ਹੈ ਉਹ ਮੋਸਟਲੀ ਮੈਟਲ ਹੀ ਹੁੰਦਾ ਵਾ। ਸੋ ਵੇਖੋ ਜੀ ਜਿਹੜਾ ਉਹਨੇ ਕਿਹਾ ਕਿ ਸੈਂਟਰਲ ਐਟਮ ਆ ਉਹ ਮੋਸਟਲੀ ਕਿਹਦੇ ਨਾਲ ਬਾਉਂਡਡ ਹੁੰਦਾ ਵਾ? ਆਇਨਸ ਨਾਲ ਹੁੰਦਾ ਜਾਂ ਫਿਰ ਮੋਲੀਕੂਲ ਨਾਲ ਹੁੰਦਾ ਵਾ। ਔਰ ਕਿਹੜੇ ਮੈਥਡ ਯੂਜ਼ ਹੁੰਦੇ ਇਹਦੇ ਵਿੱਚ? ਜਿਹੜੇ ਹਿੱਸਿਆਂ ਤੇ ਲਿਖਿਆ ਵਾ ਬਾਈ ਵਿਚ ਆਫ ਵੇਰੀਅਸ ਮੈਥਡ। ਮੀਨਸ ਜਿਹੜਾ ਤੁਹਾਡਾ ਸੈਂਟਰਲ ਐਟਮ ਹੈ, ਜਿਹੜਾ ਸੈਂਟਰਲ ਐਟਮ ਹੈ ਉਹ ਕਿਹਦੇ ਨਾਲ ਬਾਉਂਡਡ ਹੈ? ਉਹਦੀ ਸਾਈਡ ਦੇ ਉੱਤੇ ਜਾਂ ਉਹਦੇ ਸਾਈਡਾਂ ਦੇ ਉੱਤੇ ਜਾਂ ਉਹਦੇ ਲੈਫਟ ਹੈਂਡ ਸਾਈਡ ਤੇ ਜਾਂ ਰਾਈਟ ਹੈਂਡ ਸਾਈਡ ਤੇ ਕਿਹੜੇ ਕਿਹੜੇ ਆਇਨਸ ਹੈ, ਕਿਹੜੇ ਕਿਹੜੇ ਮੋਲੀਕੂਲਸ ਹੈ ਜਿਹੜੇ ਸਾਡੇ ਸੈਂਟਰਲ ਐਟਮ ਨੂੰ ਕੀ ਕਰਦੇ ਪਏ ਜੀ? ਉਹਨੂੰ ਬਾਉਂਡ ਕਰਦੇ ਪਏ। ਕਹਿ ਸਕਦੇ ਹਾਂ ਕਿ ਉਹਨੂੰ ਕਵਰ ਕਰਕੇ ਰੱਖਦੇ ਪਏ ਆ, ਉਹਨੂੰ ਇੱਕ ਕੰਪਾਊਂਡ ਬਣਾ ਕੇ ਰੱਖਦੇ ਪਏ ਆ, ਜਾਂ ਕਹਿ ਸਕਦੇ ਹਾਂ ਕੋਆਰਡੀਨੇਸ਼ਨ ਕੰਪਾਊਂਡ ਕ੍ਰੀਏਟ ਕਰਦੇ ਪਏ ਆ। ਔਰ ਉਹ ਕਿਹੜੇ ਮੈਥਡ ਨਾਲ ਕਰਦੇ ਪਏ? ਬਾਈ ਵਿਚ ਆਫ ਵੇਰੀਅਸ ਮੈਥਡ। ਉਹ ਕਿਹੜਾ ਮੈਥਡ ਹੈ ਜਿਹਦੇ ਨਾਲ ਸਾਡੇ ਆਇਨਸ ਐਂਡ ਮੋਲੀਕੂਲਸ ਸਾਡੇ ਸੈਂਟਰਲ ਐਟਮ ਨੂੰ ਬਾਉਂਡ ਕਰਕੇ ਰੱਖਦੇ ਆ, ਉਹਨੂੰ ਕਵਰ ਕਰਕੇ ਰੱਖਦੇ ਆ, ਉਹਨੂੰ ਜੋੜ ਕੇ ਰੱਖਦੇ ਆ, ਉਹਦਾ ਇੱਕ ਕੋਆਰਡੀਨੇਸ਼ਨ ਕੰਪਾਊਂਡ ਬਣਾ ਕੇ ਰੱਖਦੇ ਆ, ਉਹਦਾ ਇੱਕ ਕੋਆਰਡੀਨੇਸ਼ਨ ਕੰਪਲੈਕਸ ਬਣਾ ਕੇ ਰੱਖਦੇ ਆ, ਉਹਨੂੰ ਟੁੱਟਣ ਨਹੀਂ ਦਿੰਦੇ, ਚਾਹੇ ਉਹ ਸੋਲਿਡ ਸਟੇਟ 'ਚ ਆ ਚਾਹੇ ਉਹ ਲਿਕੁਇਡ ਸਟੇਟ 'ਚ। ਸੋ ਵੇਖੋ ਜੀ ਉਸ ਤੋਂ ਬਾਅਦ ਜਿਹੜਾ ਐਲਫਰਡ ਵਰਨਰ ਸੀ, ਦੇਖੋ ਜਿਹਨੇ ਰਿਸਰਚ ਕੀਤੀ ਹੈ ਕੋਆਰਡੀਨੇਸ਼ਨ ਕੰਪਾਊਂਡ ਦੀ, ਸਭ ਤੋਂ ਪਹਿਲਾਂ ਇਹਨੇ ਸਟੱਡੀ ਕੀਤੀ ਹੈ। ਦੇਖੋ ਜੀ ਜਦੋਂ ਕੋਈ ਰਿਸਰਚ ਕਰਦੇ ਆ, ਅਗਰ ਸਾਨੂੰ ਅਸੀਂ ਥਿਓਰੈਟੀਕਲੀ ਵੀ ਕਹਿ ਸਕਦੇ ਹਾਂ ਕੋਆਰਡੀਨੇਸ਼ਨ ਕੰਪਾਊਂਡ ਹੁੰਦੇ ਆ, ਬਟ ਰਿਸਰਚ ਦੇ ਵਿੱਚ ਵੀ ਹੁੰਦਾ ਉਹਨੂੰ ਪ੍ਰੂਫ ਕਰਨਾ ਪੈਂਦਾ, ਉਹਨੂੰ ਪ੍ਰੈਕਟੀਕਲੀ ਪ੍ਰੂਫ ਕਰਨਾ ਪੈਂਦਾ। ਅਗਰ ਤੁਹਾਡੇ ਕੋਲ ਪ੍ਰੈਕਟੀਕਲ ਪ੍ਰੂਫ ਨਹੀਂ ਨਾ ਹੈਗੇ ਤੇ ਉਹ ਵਾਲੀ ਜਿਹੜੀ ਰਿਸਰਚ ਹੈ ਨਲ ਐਂਡ ਵਾਈਡ ਹੋ ਜਾਂਦੀ ਹੈ, ਮੰਨੀ ਨਹੀਂ ਜਾਂਦੀ ਰਿਸਰਚ, ਕਿਉਂਕਿ ਤੁਹਾਡੇ ਕੋਲ ਪ੍ਰੈਕਟੀਕਲ ਪ੍ਰੂਫ ਹੀ ਨਹੀਂ ਹੈਗਾ। ਇਸ ਕਰਕੇ ਜਿਹੜਾ ਥਿਓਰੈਟੀਕਲ ਪ੍ਰੂਫ ਹੈ ਉਹ ਅਸੀਂ ਕਦੀ ਵੀ ਐਕਸੈਪਟ ਨਹੀਂ ਹੁੰਦਾ ਰਿਸਰਚ ਦੇ ਵਿੱਚ। ਜਦੋਂ ਵੀ ਰਿਸਰਚ ਕਰਦੇ ਆ, ਕੋਈ ਵੀ ਰਿਸਰਚ ਕਰਦਾ ਵਾ, ਉਹਨੂੰ ਥਿਓਰੈਟੀਕਲ ਸਟੱਡੀ ਦੇ ਨਾਲ ਨਾਲ ਪ੍ਰੈਕਟੀਕਲ ਵੀ ਕਰਨਾ ਪੈਂਦਾ, ਉਹਨੂੰ ਪ੍ਰੈਕਟੀਕਲੀ ਵੀ ਪ੍ਰੂਫ ਕਰਨਾ ਪੈਂਦਾ। ਅਗਰ ਪ੍ਰੈਕਟੀਕਲ ਪ੍ਰੂਫ ਨਹੀਂ ਹੈਗਾ ਤੇ ਉਹ ਵਾਲੀ ਰਿਸਰਚ ਨਲ ਐਂਡ ਵਾਈਡ ਹੋ ਜਾਂਦੀ ਹੈ। ਸੋ ਜਿਹੜਾ ਐਲਫਰਡ ਵਰਨਰ ਹੈ ਉਹਨੇ ਸਭ ਤੋਂ ਪਹਿਲਾਂ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕੀਤੀ ਸੀ 1893 ਦੇ ਵਿੱਚ। ਔਰ ਉਹਨੇ ਕੀ ਕੀਤਾ ਹੈ ਜੀ, ਉਹਨੇ ਕਹਿ ਸਕਦੇ ਕਿ ਪ੍ਰੈਕਟੀਕਲੀ ਪ੍ਰੂਫ ਕੀਤਾ ਹੈ। ਉਹਨੇ ਪ੍ਰੈਕਟੀਕਲ ਪ੍ਰੂਫ ਕੀਤਾ ਸੀ ਕਿ ਜਿਹੜਾ ਕੋਆਰਡੀਨੇਸ਼ਨ ਕੰਪਾਊਂਡ ਆ ਉਹ ਵਾਕਈ ਹੁੰਦਾ
ਉਹਦੇ ਵਿੱਚ ਇੱਕ ਸੈਂਟਰ ਐਟਮ ਹੁੰਦਾ ਵਾ ਔਰ ਸਾਈਡ ਦੇ ਉੱਤੇ ਆਇਨਸ ਔਰ ਮੋਲੀਕਿਊਲਸ ਹੁੰਦੇ ਆ ਜਿਹੜੇ ਉਹਨੂੰ ਕੀ ਕਰਦੇ ਆ ਕਿ ਉਹਨੂੰ ਜੋੜ ਕੇ ਰੱਖਦੇ ਆ, ਉਹਦਾ ਇੱਕ ਕੰਪਲੈਕਸ ਬਣਾ ਕੇ ਰੱਖਦੇ ਆ, ਉਹਦਾ ਇੱਕ ਕੋਆਰਡੀਨੇਸ਼ਨ ਕੰਪਾਊਂਡ ਬਣਾ ਕੇ ਰੱਖਦੇ ਆ, ਜਾਂ ਉਹਦਾ ਇੱਕ ਕੰਪਾਊਂਡ ਬਣਾ ਕੇ ਰੱਖਦੇ ਆ, ਜਾਂ ਉਹਨੂੰ ਬਾਉਂਡ ਕਰਕੇ ਰੱਖਦੇ ਆ। ਸੋ ਉਹਦੇ ਵਿੱਚ ਕਿਹੜੇ ਕਿਹੜੇ ਮੈਥਡ ਆ, ਉਹ ਮੈਥਡ ਵੀ ਸਾਰੇ ਇਹਨੇ ਦੱਸੇ ਆ, ਜਿਹੜੇ ਮੈਥਡ ਇਹਨੇ ਥਿਊਰੀ ਕੈਲਕੂਲੇਟ ਕੀਤੀ ਹੈ। ਜਿਹਦੇ ਵਿੱਚ ਕ੍ਰਿਸਟਲ ਫੀਲਡ ਥਿਊਰੀ ਆ ਜਾਣੀ ਹੈ, ਵੈਲੈਂਸ ਬੌਂਡ ਥਿਊਰੀ ਆ ਜਿਹੜੀ ਜਿਹੜੀ ਆ ਚੈਪਟਰ ਦੇ ਵਿੱਚ ਪੜ੍ਹਨੀ ਵੀ ਹੈ। ਸੋ ਇਹ ਸਾਰੀ ਜਿਹੜੀ ਸਟੱਡੀ ਆ ਜਾਂ ਇਹ ਜਿਹੜਾ ਸਾਰਾ ਪ੍ਰੈਕਟੀਕਲ ਆ ਜਿਹੜਾ ਕੋਆਰਡੀਨੇਸ਼ਨ ਕੰਪਾਊਂਡ ਦੇ ਉੱਤੇ ਸਭ ਤੋਂ ਪਹਿਲਾਂ ਕਿਤੇ ਕੀਤਾ ਸੀ ਐਲਫਰਡ ਬਰਨਰ, ਕਿਉਂਕਿ ਐਲਫਰਡ ਬਰਨਰ ਨੇ ਇਹਦੀ ਥਿਓਰੈਟਿਕਲ ਸਟੱਡੀ ਵੀ ਕੀਤੀ ਸੀ ਪਲੱਸ ਇਹਦੀ ਪ੍ਰੈਕਟੀਕਲ ਸਟੱਡੀ ਵੀ ਕੀਤੀ। ਉਹਨੇ ਉਹ ਪ੍ਰੈਕਟੀਕਲ ਵੀ ਪ੍ਰੂਵ ਕੀਤਾ ਕਿ ਵਾਕਈ ਕੋਆਰਡੀਨੇਸ਼ਨ ਕੰਪਾਊਂਡ ਹੁੰਦੇ ਆ ਔਰ ਉਹਦੇ ਵਿੱਚ ਸੈਂਟਰਲ ਐਟਮ ਹੁੰਦਾ ਵਾ ਜਿਹੜਾ ਕਿ ਮੈਟਲ ਹੀ ਹੁੰਦਾ ਵਾ ਔਰ ਉਹਦੇ ਅਰਾਊਂਡ ਆਇਨ ਹੁੰਦੇ ਆ ਜਾਂ ਮੋਲੀਕਿਊਲਸ ਹੁੰਦੇ ਆ ਜਿਹੜੇ ਕੀ ਕਰਦੇ ਆ ਜੀ ਸਾਡਾ ਜਿਹੜਾ ਸੈਂਟਰਲ ਐਟਮ ਹੈ ਜਾਂ ਕੋਆਰਡੀਨੇਸ਼ਨ ਕੰਪਾਊਂਡ ਆ ਜਿਹੜਾ ਐਟਮਸ ਆ ਜਾਂ ਮੈਟਲਸ ਆ ਜਾਂ ਸੈਂਟਰਲ ਐਟਮ ਆ ਉਹਨੂੰ ਬਾਉਂਡ ਕਰਕੇ ਰੱਖਦੇ ਆ, ਉਹਨੂੰ ਜੋੜ ਕੇ ਰੱਖਦੇ ਆ, ਉਹਦਾ ਕੰਪਲੈਕਸ ਬਣਾ ਕੇ ਰੱਖਦੇ ਆ, ਉਹਦਾ ਕੋਆਰਡੀਨੇਸ਼ਨ ਕੰਪਾਊਂਡ ਬਣਾ ਕੇ ਰੱਖਦੇ ਆ ਔਰ ਉਹ ਕਿਹੜੇ ਕਿਹੜੇ ਮੈਥਡ ਹੈ ਬਾਈ ਵਿੱਚ ਆਫ ਵੇਰੀਅਸ ਮੈਥਡ ਉਹ ਅਸੀਂ ਅੱਗੇ ਸਟੱਡੀ ਕਰਾਂਗੇ। ਸੋ ਉਸ ਤੋਂ ਬਾਅਦ ਦੇਖੋ ਜੀ ਇਹਨੇ ਸਭ ਤੋਂ ਪਹਿਲਾਂ ਕਿਹਦੇ ਨਾਲ ਪ੍ਰੂਫ ਕੀਤਾ ਸੀ, ਸਾਰਿਆਂ ਨੂੰ ਪਹਿਲਾਂ ਇਹਨੇ ਕਿਹੜਾ ਪ੍ਰੂਫ ਲਿਆ ਸੀ। ਸੋ ਉਹ ਪ੍ਰੂਫ ਦੀ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ। ਸੋ ਸਭ ਤੋਂ ਪਹਿਲਾਂ ਐਲਫਰਡ ਬਰਨਰ ਦਾ ਕਿਹੜਾ ਪ੍ਰੂਫ ਸੀ, ਸਭ ਤੋਂ ਪਹਿਲਾਂ ਦੇਖੋ ਜੀ ਜਦੋਂ ਵੀ ਉਹਨੇ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕੀਤੀ ਸਭ ਤੋਂ ਪਹਿਲਾਂ ਜੀ ਉਹਨੇ ਪ੍ਰੈਸਿਪੀਟੇਸ਼ਨ ਸਟੱਡੀ ਕੀਤੀ। ਨੰਬਰ 1 ਦਾ ਲਿਖਣਾ ਨਾਮ precipitation studies। precipitation study ਕੀਤਾ ਹੈ ਦੇਖੋ ਇਹ ਤਾਂ ਬਤਾ ਰਹਾ ਹਾਂ ਕਿ precipitation study ਨੇ ਜਿਹੜਾ ਤੁਹਾਡੀ ਬਾਡੀ ਦਾ ਮੀਨਿੰਗ ਆਫ precipitation ਦੇਖੋ ਇਹ precipitation ਹੁੰਦਾ ਜੰਮਣਾ, ਇਹ ਚੀਜ਼ ਦਾ ਜੰਮਣਾ, ਜੁੜ ਜਾਣਾ, ਡਰਾਈ ਹੋਣਾ ਉਹਨੂੰ ਬੋਲ ਦਿੰਦੇ ਆ precipitation। ਪੰਜਾਬੀ ਦੇ ਵਿੱਚ ਉਹਨੂੰ ਜੰਮਣਾ ਕਹਿੰਦੇ ਨੇ। ਸਪੈਲਿੰਗ ਦਾ ਕਰ ਲਓ, ਮੈਂ ਕਦੀ ਪੰਜਾਬੀ ਨਹੀਂ ਹੈ ਜਦ ਮੈਨੂੰ ਲਿਖ ਕੇ ਦੇਖੋ ਬੋਲਣ ਚ ਤਾਂ ਸਹੀ ਬੋਲਦਾ ਪਿਆ, ਸਪੈਲਿੰਗ ਮਿਸਟੇਕ ਹੋਈ ਪਲੀਜ਼ ਸਹੀ ਕਰ ਲੈਣਾ। precipitation ਦਾ ਮੀਨਿੰਗ ਹੁੰਦਾ ਜੰਮਣਾ। ਸੋ ਵੇਖੋ ਜੀ ਸਭ ਤੋਂ ਪਹਿਲਾਂ ਉਹਨੇ ਕਿਹਾ ਜੀ ਉਹਨੇ ਲਿਆ ਸੀ ਕਿ ਕੰਪਾਊਂਡ ਲਿਆ ਸੀ, ਮੈਂ ਕੰਪਾਊਂਡ ਲੈ ਰਿਹਾ ਸੀ। ਸਭ ਤੋਂ ਪਹਿਲਾਂ ਇਹ ਕੰਪਾਊਂਡ ਲਿਆ ਸੀ ਕੋਬਾਲਟ ਕਲੋਰਾਈਡ ਨਾਲ ਵੀ 6 ਮੋਲੀਕਿਊਲ ਆਫ ਇਹਦੇ ਨਾਲ ਹੈ 6 ਮੋਲੀਕਿਊਲ ਆਫ ਅਮੋਨੀਆ, ਇਹਦੇ ਨਾਲ ਵੀ ਆ ਡਾਟ ਲਾਇਆ ਮੈਂ 6 ਮੋਲੀਕਿਊਲ ਆਫ ਅਮੋਨੀਆ ਹੈ। ਸਭ ਤੋਂ ਪਹਿਲਾਂ ਐਲਫਰਡ ਬਰਨਰ ਨੇ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕਰਨ ਵਾਸਤੇ precipitation ਸਟੱਡੀ ਕੀਤਾ ਹੈ। ਸੋ precipitation ਵਾਸਤੇ ਨੇ ਕੰਪਾਊਂਡ ਲਿਆ ਕਿਹੜਾ ਲਿਆ ਜੀ ਕੋਬਾਲਟ ਕਲੋਰਾਈਡ ਨਾਲ 6 ਮੋਲੀਕਿਊਲ ਆਫ ਅਮੋਨੀਆ। ਸੋ ਵੇਖੋ ਜੀ ਜਿਹੜਾ ਇਹ ਤੁਹਾਡਾ ਕੋਬਾਲਟ ਕਲੋਰਾਈਡ ਔਰ 6 ਮੋਲੀਕਿਊਲ ਆਫ ਅਮੋਨੀਆ ਵਾ ਉਹਦੇ ਵਿੱਚ ਐਲਫਰਡ ਬਰਨਰ ਨੇ ਕਿਹੜੀ ਚੀਜ਼ ਦੱਸੀ ਉਹ ਤੁਹਾਨੂੰ ਮੈਂ ਨਾਲ ਲਿਖਵਾ ਵੀ ਦਿੰਦਾ ਹਾਂ ਔਰ ਇਹ ਵੀ ਦੱਸ ਦਿੰਦਾ ਹਾਂ ਕਿ ਹੁੰਦਾ ਕੀ ਹੈ। ਉਹਨੇ ਵੇਖੋ ਸਭ ਤੋਂ ਪਹਿਲਾਂ ਕਿਹਾ ਸੀ ਜਿਹੜਾ ਸਾਡਾ ਕਲੋਰੀਨ ਹੈ ਉਹ ਕੋਬਾਲਟ ਦੇ ਨਾਲ ਜਿਹੜਾ ਸਾਡਾ ਕਲੋਰੀਨ ਹੈ 3 ਮੋਲੀਕਿਊਲ ਆਫ ਕਲੋਰੀਨ ਹੈ ਉਹ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡ ਬਣੇਗੀ ਜਾਂ ਕਹਿ ਸਕਦੇ ਆ ਇਹਦੇ ਨਾਲ ਡਾਇਰੈਕਟਲੀ ਬੌਂਡ ਬਣੇਗੀ। ਜਿਹੜਾ ਕਲੋਰੀਨ ਹੈ ਜਿਹੜੇ ਕਲੋਰੀਨ ਦੇ 3 ਮੋਲੀਕਿਊਲਸ ਆ ਉਹ ਕੋਬਾਲਟ ਦੇ ਨਾਲ ਡਾਇਰੈਕਟਲੀ ਬੌਂਡ ਬਣੇਗੀ ਜਾਂ ਫਿਰ ਪਰਮਾਨੈਂਟਲੀ ਬੌਂਡ ਬਣੇਗੀ, ਕਹਿ ਸਕਦੇ ਟੈਂਪਰੇਰੀ ਬੌਂਡ ਹੈ। ਸੋ ਵੇਖੋ ਜੀ ਇਹ ਲਾਈਨ ਆਪਾਂ ਨੋਟ ਕਰ ਰਹੇ ਹਾਂ, ਇਹਦੇ ਵਿੱਚ ਆਪਾਂ ਲਾਈਨ ਨੋਟ ਕਰ ਰਹੇ ਹਾਂ। ਉਹਨੇ ਕੀ ਬੋਲਿਆ ਸੀ ਕਲੋਰੀਨ are not permanently chlorine are not permanently bonded, chlorine are not permanently bonded, are not permanently bonded, chlorine are not permanently bonded with cobalt कोई सी वाला कार्ड का समझ होगा and chlorine are free so देखो जी फर्स्ट पॉइंट मैंने दिता कि जेड़ा क्लोरीन है जेड़े क्लोरीन दे 3 मॉलिक्यूल है वो कोबाल्ट दे नाल परमानेंटली बॉन्डेड ने इसे करके कहना क्लोरीन का नॉट परमानेंटली बॉन्डेड विद कोबाल्ट। सो क्लोरीन आर फ्री जेड़ा ਤੁਹਾਡਾ क्लोरीन है वो फ्री है। सो उस तो बाद देखो जी ਜਿਹੜਾ ਤੁਹਾਡਾ ਇਹ ਵਾਲਾ ਕੰਪਾਊਂਡ ਆ ਇਹਦੇ ਵਿੱਚ ਸਾਨੂੰ ਕਿੰਨੇ ਮੋਲੀਕਿਊਲ ਮਿਲ ਸਕਦੇ ਆ। ਇਹ ਸਾਰਾ ਜਿਹੜਾ ਕੰਪਾਊਂਡ ਆ ਇਹਦੇ ਵਿੱਚ ਸਾਨੂੰ ਕਿੰਨੇ ਆਇਨਸ ਮਿਲ ਸਕਦੇ ਆ। ਦੇਖੋ ਜੀ 3 ਆਇਨਸ ਤੁਹਾਨੂੰ ਕਲੋਰੀਨ ਦੇ ਮਿਲਣਗੇ ਕਿਉਂਕਿ ਕਲੋਰੀਨ ਕੀ ਆ ਕਲੋਰੀਨ ਨਾਲ ਬਹੁਤ ਪਰਮਾਨੈਂਟਲੀ ਬੌਂਡਡ ਵਿਦ ਕੋਬਾਲਟ। ਸੋ ਕਲੋਰੀਨ ਨਾਲ ਫ੍ਰੀ ਇਸ ਕਰਕੇ ਜਿਹੜਾ ਕਲੋਰੀਨ ਹੈ ਕਲੋਰੀਨ ਦੇ ਆਇਨਸ ਬਣਦੇ ਆਇਨ ਕੀ
क्योंकि क्लोरीन साडा फ्री है, ये आयन बन गए। सो जो ये वाला कंपाउंड है ये क्लोरीन साडा कोबाल्ट के नाल परमानेंटली बॉन्डेड नहीं, इस करके ये की है जी ये सानू जिहड़ा ये वाला कंपाउंड है वो सानू टोटल कितने आयन मिलने। सो ये सानू टोटल जिहड़े है ये सानू टोटल कितने आयन मिलने, मैं लिख देना वा ये सानू टोटल 4 आयन मिलने, ये सानू टोटल 4 आयन मिलने। कितना 4 मिलती है जी, क्योंकि जो क्लोरीन है वो कोबाल्ट के नाल परमानेंटली बॉन्डेड नहीं है, टेंपरेरी बॉन्डेड है। सो इस करके जो क्लोरीन वो फ्री है, फ्री भी जो क्लोरीन है वो आयन बन गए, आयन से डिसोशिएट हो जाएगी, इधरों टुट जाएंगे। सो देखो जी ये सब टोटल ये वाले कंपाउंड 4 आयन मिल सकते हैं, 3 आयन सानू क्लोरीन के मिल सकते हैं, एक सानू कोबाल्ट का आयन मिल सकता है, कह सकते टोटल 4 आयन मिल सकते हैं। ये भी लाइन आप लोग निकाल लेते हैं, लिख लो जी दे कैन प्रोवाइड 4 आयन्स। इसमें लाइन बना रहे हो, नेक्स्ट पॉइंट है दे कैन प्रोवाइड 4 आयन्स। देखो ये सानू कितने आयन प्रोवाइड कर सकता है, ये सानू टोटल 4 आयन प्रोवाइड कर सकता है, क्योंकि साडा जो क्लोरीन है वो कोबाल्ट के नाल परमानेंटली बॉन्डेड नहीं है, इस करके जो क्लोरीन है वो इधर नालों ब्रेक हो सकता है, वो आयन जिहड़े क्लोरीन के आयन जिहड़े आ डिसोशिएट हो सकते हैं। और टोटल सानू कितने आयन मिल सकते हैं, 3 क्लोरीन के मिल सकते हैं, 1 कोबाल्ट का मिल सकता है, क्योंकि इन्हां दे टेंपरेरी बॉन्डिंग है। सो ये वाला जो कंपाउंड है दे कैन प्रोवाइड 4 आयन्स। सो देखो जी ये सब 4 आयन मिलते हैं। सो दे विच की होगा जी, ले लो जी दे विच 3 आयन्स सो यहाँ पे नेशनल पॉइंट ले लेते हैं। सो ये सब 4 आयन मिलते हैं, नाल ही देखो जी इन 4 आयन्स 3 आयन्स आर precipitated, 3 ions are precipitated in 4 ions. 3 ions are precipitated to react with silver nitrate. देखो जी जो भी अभी सिल्वर नाइट्रेट के नाल ये वाले कंपाउंड को रिएक्ट करांगे, जो भी एक कंपाउंड को सिल्वर नाइट्रेट के नाल रिएक्ट करांगे, देखो जी ਇਹਦੇ ਸਾਨੂੰ 4 ਆਇਨ ਮਿਲਦੇ ਪਏ ਸੀ, ਉਸ ਜਿਹੜੇ 4 ਆਇਨਸ ਆ ਉਹਦੇ ਵਿੱਚੋਂ ਜਿਹੜੇ 3 ਆਇਨਸ ਆ ਉਹ ਜਦੋਂ ਵੀ ਸਿਲਵਰ ਨਾਈਟ੍ਰੇਟ ਦੇ ਨਾਲ ਰਿਐਕਟ ਕਰਨਗੇ ਕੀ ਕਰਨਗੇ ਜੀ ਉਹਨਾਂ ਦੇ ਪ੍ਰੈਸਿਪੀਟੇਟ ਬਣਨਗੇ, ਜੰਮ ਜਾਣਗੇ। ਪ੍ਰੈਸਿਪੀਟੇਟ ਨਹੀਂ ਜੰਮ ਜਾਣਗੇ ਜਦੋਂ ਵੀ ਸਿਲਵਰ ਨਾਈਟ੍ਰੇਟ ਦੇ ਨਾਲ ਜਿਹੜੇ ਇਹ ਵਾਲੇ ਆਇਨਸ ਆ ਜਾਂ ਜਦੋਂ ਵੀ ਇਹ ਵਾਲਾ ਕੰਪਾਊਂਡ ਜਿਹੜਾ ਵਾ ਸਿਲਵਰ ਨਾਈਟ੍ਰੇਟ ਦੇ ਨਾਲ ਰਿਐਕਟ ਕਰੂਗਾ, ਇਹਦੇ ਵਿੱਚੋਂ ਜਿਹੜੇ 3 ਆਇਨਸ ਆ ਪ੍ਰੈਸਿਪੀਟੇਟ ਹੋ ਜਾਣਗੇ, ਪਰ ਜਿਹੜਾ ਇੱਕ ਆਇਨ ਆ ਪ੍ਰੈਸਿਪੀਟੇਟ ਨਹੀਂ ਹੋਊਗਾ, सिर्फ 3 आयन ही प्रेसिपिटेट होंगे। सो इनको आप करके भी नहीं है वो 3 आयन तो देखते पे क्लोरीन के आयन होंगे, क्योंकि जो क्लोरीन है वो कोबाल्ट के नाल परमानेंटली बॉन्डेड नहीं है, वो की है जी कोबाल्ट के नाल परमानेंटली बॉन्डेड नहीं है। सानू टोटल 4 आयन मिलते हैं, पर जो क्लोरीन के आयन है जो भी वो सिल्वर नाइट्रेट के नाल रिएक्ट करेंगे उन्होंने प्रेसिपिटेट बन जाएंगे। कह सकते हैं जो क्लोरीन है वो सिल्वर नाइट्रेट के नाल जो भी रिएक्ट करूगा प्रेसिपिटेट हो जाएगा, जम जाएगा। सो अपन लिख लेते हैं लाइन में। सो देखो जी ये लाइन में भी कि 3 आयन्स है वो प्रेसिपिटेट हो जाते हैं जो भी रिएक्ट कर रहा है सिल्वर नाइट्रेट के नाल। सो अगे अपन लिख लेते हैं अपन जनरल रिएक्शन में भी लिख लेते हैं। देखो जी इनमें सारी को दिया कोबाल्ट क्लोराइड, तो आप बोला कि कोबाल्ट क्लोराइड ये वाले जो मैं रिएक्ट करूंगा AgNO3 देना, तो आफ्टर रिएक्शन सानू की मिलेगा जो ਅਸੀਂ ਇਹਦੀ ਰਿਐਕਸ਼ਨ ਕਰਾਂਗੇ ਸਾਨੂੰ ਪ੍ਰੈਸਿਪੀਟੇਟ ਮਿਲੂਗਾ ਜੀ। ਕਿਹਦਾ ਪ੍ਰੈਸਿਪੀਟੇਟ ਮਿਲੂਗਾ ਜੀ 3AgCl ਇਹਦਾ ਮਿਲੂਗਾ ਜੀ ਪ੍ਰੈਸਿਪੀਟੇਟ। ਪ੍ਰੈਸਿਪੀਟੇਟ ਵੱਡਾ ਕਿਹਦਾ ਲਾਈਨ ਮਾਰ ਦਿੰਦੇ ਨੇ
ਜਿਹੜਾ ਪ੍ਰੈਸਿਪੀਟੇਟ ਹੁੰਦਾ ਨਾ ਇਦਾਂ ਕਰਕੇ ਉਹਦੇ ਨਾਲ ਲਾਈਨ ਬਣਾ ਦਿੰਦੇ ਆ, ਜਾਂ ਫਿਰ ਆਪਾਂ ਲਿਖ ਦਿੰਦੇ ਇਹਨੂੰ, ਆਪਾਂ ਬੈਕ ਤੇ ਲਿਖ ਦਿੰਦੇ ਆ ਪ੍ਰੈਸਿਪੀਟੇਟ। ਤੁਸੀਂ ਕੀ ਪ੍ਰੋਬਲਮ ਦੀ ਸਟੱਡੀ ਕੀਤੀ ਹੋਊਗੀ, ਇਦਾਂ ਲਿਖ ਸਕਦੇ ਆ 3AgCl, ਇਹਦਾ ਲਾਈਨ ਮਾਰ ਦਿੰਦੇ ਜਾਂ ਲਿਖ ਦਿੰਦੇ ਪ੍ਰੈਸਿਪੀਟੇਟ, ਇਹਨਾਂ ਦਾ ਪ੍ਰੈਸਿਪੀਟੇਟ ਬਣਾਇਆ। ਹੁਣ ਆਪਾਂ ਇਹ ਰਿਐਕਸ਼ਨ ਜਿਹੜੀ ਹੈ ਇਹਨੂੰ ਕੰਪਲੀਟ ਕਰ ਲੈਂਦੇ ਆ। ਸੋ ਵੇਖੋ ਜੀ ਇਹਦੇ ਵਿੱਚ ਕੋਬਾਲਟ ਕੰਬਾਈਂਡ ਹੈ, ਨਾਲ ਡਾਟ ਲੱਗੇ ਹੋਏ 6 ਅਮੋਨੀਆ ਦੇ ਮੋਲੀਕੂਲ ਦਾ ਹੈ, ਇਹਨੂੰ ਆਪਾਂ ਐਡ ਕਰਾਉਣਾ ਹੈ। ਕਿਹਦੇ ਨਾਲ ਐਡ ਕਰਾਉਣਾ ਜੀ, AgNO3 ਦੇ ਨਾਲ, ਸਿਲਵਰ ਨਾਈਟ੍ਰੇਟ ਦੇ ਨਾਲ ਐਡ ਕਰਾਵਾਂਗੇ। ਆਫਟਰ ਐਕਸ਼ਨ ਸਾਨੂੰ ਕੀ ਮਿਲ ਜੂਗਾ ਜੀ, ਦੇਖੋ ਜਿਹੜਾ ਕਲੋਰੀਨ ਹੈ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡ ਨਹੀਂ ਹੈ, ਇਸ ਕਰਕੇ ਜਿਹੜੇ ਕਲੋਰੀਨ ਦੇ ਆਏ ਨੇ ਉਹ ਡਿਸੋਸੀਏਟ ਹੋ ਜਾਣਗੇ, ਉੱਡ ਜਾਣਗੇ। ਔਰ ਟੋਟਲ ਸਾਨੂੰ ਕਿੰਨੇ ਆਇਨ ਮਿਲਦੇ ਪਏ ਆ, 3 ਕਲੋਰੀਨ ਦੇ ਮਿਲਦੇ ਪਏ, ਇੱਕ ਕੋਬਾਲਟ ਦਾ ਮਿਲਦਾ ਹੈ, ਟੋਟਲ 4 ਆਇਨ ਮਿਲਦੇ ਪਏ। ਪਰ ਜਿਹੜੇ ਕਲੋਰੀਨ ਦੇ ਆਏ ਨੇ ਉਹ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡ ਹੋਣਗੇ, ਟੈਂਪਰੇਰੀ ਬੌਂਡ ਹੈ। ਸੋ ਜਿਹੜੇ ਕਲੋਰੀਨ ਦੇ ਆਏ ਨੇ ਡਿਸੋਸੀਏਟ ਹੋ ਜਾਣਗੇ। ਜਦੋਂ ਵੀ ਸਿਲਵਰ ਨਾਈਟ੍ਰੇਟ ਦੇ ਨਾਲ ਐਡ ਕਰਾਂਗੇ ਕੀ ਕਰਾਂਗੇ ਜੀ, ਪ੍ਰੈਸਿਪੀਟੇਟ ਬਣਾਵਾਂਗੇ, ਜੰਮ ਜਾਣਗੇ। ਸੋ ਕੀ ਬਣ ਜੂਗਾ ਜੀ ਇੱਥੇ AgCl 3 ਮੋਲੀਕੂਲ ਆ ਜਾਣਗੇ ਜੀ, ਔਰ ਇਹ ਪ੍ਰੈਸਿਪੀਟੇਟ ਹੋ ਜੂਗਾ। ਠੀਕ ਹੈ ਜੀ, ਇਹ ਵਾਲਾ ਜਿਹੜਾ ਇਹ ਪ੍ਰੈਸਿਪੀਟੇਟ ਬਣਦਾ ਪਿਆ। ਔਰ ਇੱਕ ਆਪਾਂ ਐਗਜ਼ਾਮਪਲ ਹੋਰ ਲੈ ਲੈਂਦੇ ਦੇ ਵਿੱਚ, ਨੈਕਸਟ ਆਪਾਂ ਇਹਦੇ ਵਿੱਚ ਹੋਰ ਲੈ ਲੈਂਦੇ ਆ। ਇਹਦੇ ਵਿੱਚ ਜਿਹੜੇ Cl ਦੇ ਆਇਨ ਹੋਣਗੇ ਜੀ, ਇਹਦੇ ਵਿੱਚ ਜਿਹੜੇ Cl ਦੇ ਆਇਨ ਹੈ ਨੈਗੇਟਿਵ ਹੋਣਗੇ। Cl ਦੇ ਕਿੰਨੇ ਆਇਨ ਨੇ, 3 ਆਇਨ ਨੇ, ਸੋ ਇਹ ਨੈਗੇਟਿਵ ਹੋਣਗੇ, ਇਹਨਾਂ ਦੇ ਨੋਟ ਕਰ ਲੈਣਾ। ਸੋ ਉਸ ਤੋਂ ਬਾਅਦ ਦੇਖੋ ਜੀ ਇੱਕ ਇਹਦੀ ਰਿਐਕਸ਼ਨ ਇਹਦੇ ਵਰਗੀ ਹੋ ਰਹੀ ਹੈ, ਇੱਕ ਰਿਐਕਸ਼ਨ ਆਪਾਂ ਇਹ ਲੈ ਲੈਣਾ, ਇੱਕ ਇਹਦੇ ਵਰਗੀ ਰਿਐਕਸ਼ਨ ਆਪਾਂ ਹੋਰ ਲੈਣਾ ਵਾ, ਉਹਦਾ ਨਾਲ ਕੀ ਤੁਹਾਨੂੰ ਜ਼ਿਆਦਾ ਕਲੀਅਰ ਹੋਊਗਾ। ਸੋ ਨੈਕਸਟ ਰਿਐਕਸ਼ਨ ਜਿਹੜੀ ਹੈ ਉਹਨੂੰ ਮੈਂ ਲਿਖਦਾ ਵੀ ਨਾਲ ਹੀ ਇੱਥੇ ਨੋਟ ਕਰ ਲੈਣਾ। ਸੋ ਉਹਦੇ ਵਿੱਚ ਕੀ ਹੈ ਜੀ, ਸੇਮ ਇਦਾਂ ਦਾ ਕੰਪਾਊਂਡ ਹੋਊਗਾ, ਸਿਰਫ ਥੋੜਾ ਜਿਹਾ ਡਿਫਰੈਂਸ ਹੋਊਗਾ। ਦੇਖੋ ਜੀ ਕੋਬਾਲਟ ਕਲੋਰਾਈਡ ਹੋਊਗਾ, ਨਾਲ ਕੀ ਹੋਣਗੇ ਜਿੱਥੇ 6 ਰਿਹਾ ਨਾ, 6 ਅਮੋਨੀਆ ਦੇ ਮੋਲੀਕੂਲ ਹੈ, ਉੱਥੇ ਹੀ 5 ਅਮੋਨੀਆ ਦੇ ਮੋਲੀਕੂਲ। ਸੋ ਦੇਖੋ ਜੀ ਇੱਧਰ ਇੱਕ ਮੋਲੀਕੂਲ ਜਿਹੜਾ ਵਾ ਘਟ ਗਿਆ। ਹੁਣ ਕੀ ਹੋਊਗਾ ਜੀ, ਜਦੋਂ ਅਸੀਂ ਸਿਲਵਰ ਨਾਈਟ੍ਰੇਟ ਦੇ ਨਾਲ ਐਡ ਕਰਾਂਗੇ, ਸੋ ਜਦੋਂ ਸਿਲਵਰ ਨਾਈਟ੍ਰੇਟ ਦੇ ਨਾਲ ਐਡ ਕਰਾਂਗੇ, ਦੇਖੋ ਜੀ ਜਿਹੜਾ ਤੁਹਾਨੂੰ ਪਤਾ ਕਲੋਰੀਨ ਹੈ ਉਹ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡਡ ਹੁੰਦਾ, ਉਹਦੇ ਨਾਲ ਟੈਂਪਰੇਰੀ ਬੌਂਡਡ ਹੁੰਦਾ। ਸੋ ਇੱਥੋਂ ਸਾਨੂੰ ਟੋਟਲ ਕਿੰਨੇ ਆਇਨ ਮਿਲਣਗੇ, ਇਹ ਤੁਹਾਨੂੰ ਦੇਖ ਕੇ ਸਮਝ ਆਉਣੀ ਚਾਹੀਦੀ ਹੈ। ਦੇਖੋ ਜੀ ਇੱਥੋਂ ਸਾਨੂੰ ਹੁਣ ਸਿਰਫ 3 ਆਇਨ ਮਿਲਣਗੇ। ਕਿਉਂ 3 ਮਿਲਣਗੇ, ਕਿਉਂਕਿ ਦੇਖੋ ਇੱਕ ਮੋਲੀਕੂਲ ਇੱਥੋਂ ਘੱਟ ਹੈ, ਇੱਥੇ ਮੇਰਾ 6 ਮੋਲੀਕੂਲ ਹੀ, ਹੁਣ ਇੱਥੇ ਕੀ ਹੈ ਜੀ 5 ਮੋਲੀਕੂਲ ਹੈ। ਸੋ ਜਿਹੜਾ ਇਹ ਕੋਬਾਲਟ ਹੈ ਨਾ, ਜਿਹੜਾ ਇਹ ਕੋਬਾਲਟ ਹੈ, ਇਹਦਾ ਜਿਹੜਾ ਮੋਲੀਕੂਲ ਹੈ ਇਹਦੇ ਨਾਲ ਹੀ ਬੌਂਡ ਹੋਊਗਾ। ਇਹਦਾ ਜਿਹੜਾ ਕੋਬਾਲਟ ਦਾ ਆਇਨ ਹੈ ਉਹ ਇਹਦੇ ਨਾਲ ਹੀ ਬੌਂਡ ਹੋਊਗਾ Na3 ਦੇ ਨਾਲ। ਫਿਰ ਹੀ ਇੱਥੇ ਜਿਹੜੇ ਆ ਜਿੱਥੇ 5 ਮੋਲੀਕੂਲ ਤੇ 6 ਹੋ ਜਾਣਗੇ। ਪਰ ਜਿਹੜਾ ਕਲੋਰੀਨ ਹੈ ਹੁਣ ਵੇਖੋ ਜੀ ਇੱਥੋਂ ਸਾਨੂੰ ਟੋਟਲ ਕਿੰਨੇ ਆਇਨ ਮਿਲਣਗੇ, ਇੱਥੇ ਸਾਨੂੰ ਸਿਰਫ 3 ਆਇਨ ਮਿਲਣਗੇ, ਕਿਉਂਕਿ ਇੱਥੋਂ ਇੱਕ ਅਮੋਨੀਆ ਘਟ ਗਿਆ ਵਾ, ਇੱਥੇ ਵੇਖੋ ਅਮੋਨੀਆ 6 ਸੀ, ਇੱਥੇ ਅਮੋਨੀਆ 5 ਹੋ ਗਿਆ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਲੋਰੀਨ ਹੈ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡਡ ਨਹੀਂ ਹੁੰਦਾ, ਇਸ ਕਰਕੇ ਇੱਥੇ ਤਾਂ ਸਾਨੂੰ 4 ਆਇਨ ਮਿਲੇ, ਬਟ ਇਹਦੇ 3 ਮਿਲੇ, ਕਿਉਂਕਿ ਜਿਹੜਾ ਇਹ ਕੋਬਾਲਟ ਵਾਲਾ ਆਇਨ ਹੈ ਉਹ ਇਧਰ ਸ਼ਿਫਟ ਹੋ ਗਿਆ, ਕਿਉਂਕਿ ਇੱਥੇ 5 ਹੈ 3 ਹੈ, ਇਸ ਕਰਕੇ ਇਧਰ 6 ਹੋਣੇ ਜ਼ਰੂਰੀ ਹੈ। ਸੋ ਇਹ ਵਾਲਾ ਕੋਬਾਲਟ ਇਹਦੇ ਨਾਲ ਬੌਂਡ ਹੋਊਗਾ। ਸੋ ਇੱਥੋਂ ਕੋਈ ਸਾਨੂੰ ਸਿਰਫ 3 ਆਇਨ ਮਿਲਣਗੇ। ਕਿਉਂ ਮਿਲਣਗੇ, ਕਿਉਂਕਿ ਇਹ ਜਿਹੜਾ ਕੋਬਾਲਟ ਵਾਲਾ ਆਇਨ ਹੈ ਉਹ ਇਧਰ Na3 ਦੇ ਨਾਲ ਹੀ ਜਾ ਕੇ ਬੌਂਡ ਹੋ ਗਿਆ। ਜਿਹੜਾ ਕਲੋਰੀਨ ਹੈ ਸਿਰਫ ਸਾਨੂੰ ਕਲੋਰੀਨ ਦੇ ਆਇਨ ਮਿਲਣਗੇ, ਕਿਉਂਕਿ ਉਹ ਜਿਹੜੇ ਕਲੋਰੀਨ ਦੇ ਆਇਨ ਹੈ ਉਹ ਕੋਬਾਲਟ ਦੇ ਨਾਲ, ਜਿਹੜਾ ਕਹਿ ਸਕਦੇ ਹਾਂ ਕਲੋਰੀਨ ਹੈ ਉਹ ਕੋਬਾਲਟ ਦੇ ਨਾਲ ਪਰਮਾਨੈਂਟਲੀ ਬੌਂਡਡ ਨਹੀਂ ਹੈ, ਟੈਂਪਰੇਰੀ ਬੌਂਡਡ ਹੈ। ਸੋ ਇੱਥੋਂ ਸਾਨੂੰ 3 ਆਇਨ ਮਿਲਣਗੇ, ਕਿਹੜੇ ਮਿਲਣਗੇ, ਸਿਰਫ ਕਲੋਰੀਨ ਦੇ ਆਇਨ ਮਿਲਣਗੇ। ਕੋਬਾਲਟ ਦਾ ਇੱਕ ਆਇਨ ਹੈ ਉਹ 5 Na3 ਦੇ ਨਾਲ ਜਾ ਕੇ ਬੌਂਡ ਹੋ ਗਿਆ। ਸੋ ਇੱਥੋਂ ਸਾਨੂੰ ਕਿੰਨੇ ਆਇਨ ਮਿਲਣਗੇ ਜੀ, 3 ਆਇਨ ਮਿਲਣਗੇ। ਸੋ ਇਹ ਚੀਜ਼ ਨੋਟ ਕਰ ਲਓ ਜੀ, ਇੱਥੇ ਸਾਨੂੰ 4 ਆਇਨ ਮਿਲਦੇ ਪਏ ਔਰ ਇੱਥੇ ਸਾਨੂੰ 3 ਆਇਨ ਮਿਲਦੇ ਪਏ, ਸਿਰਫ ਕਲੋਰੀਨ ਦੇ ਆਇਨ ਮਿਲਦੇ ਪਏ। ਦੇਖੋ ਜਿਹੜੇ 3 ਆਇਨ ਹੈ ਕਿ ਉਹ 3 ਆਇਨ ਜਿਹੜੇ ਉਹ 3 ਆਇਨ ਹੈ ਉਹ ਕੀ ਕਰਨਗੇ ਜੀ, ਉਹ 3 ਦੇ 3 ਆਇਨ ਦੇ ਪ੍ਰੈਸਿਪੀਟੇਟ ਹੋ ਜਾਣਗੇ। ਨਹੀਂ ਜੀ, ਇੱਥੇ ਜਿਹੜੇ 3 ਆਇਨ ਹੈ ਉਹਦੇ ਵਿੱਚੋਂ ਸਿਰਫ 2 ਆਇਨ ਹੀ ਪ੍ਰੈਸਿਪੀਟੇਟ ਹੋਣਗੇ। ਜਿਹੜਾ ਇੱਕ ਆਇਨ ਹੈ ਉਹ ਫਿਰ ਬਣ ਜਾਊਗਾ, ਉਹ ਜਿਹੜਾ ਇੱਕ ਆਇਨ ਹੈ ਕਿੱਥੇ ਜਾਊਗਾ, ਉਹ ਜਿਹੜਾ ਇੱਕ ਆਇਨ ਦਾ ਫਾਇਦਾ ਲੈਣਾ ਜੀ ਉਹ ਵੀ ਇਹਦੇ ਨਾਲ ਹੋਊਗਾ। ਯੂ ਆਰ ਗੈਟਿੰਗ ਮਾਈ ਪੁਆਇੰਟ। ਦੇਖੋ ਜੀ ਇੱਥੋਂ ਸਾਨੂੰ ਜਿਹੜਾ ਇਹ ਕੰਪਾਊਂਡ ਹੈ ਇਹਦੇ ਵਿੱਚ ਸਾਨੂੰ 3 ਆਇਨ ਹੈ, 3 ਦੇ ਵਿੱਚ ਜਿਹੜੇ 2 ਆਇਨਸ ਆ ਉਹ ਸਿਲਵਰ ਨਾਈਟ੍ਰੇਟ ਦੇ ਨਾਲ ਜਦੋਂ ਰੈਕ ਕਰਨਗੇ ਪ੍ਰੈਸਿਪੀਟੇਟ ਹੋ ਜਾਣਗੇ, ਕਹਿ ਸਕਦੇ ਜੰਮ ਜਾਣਗੇ। 2 ਕਲੋਰੀਨ ਦੇ ਆਇਨ ਜਦੋਂ ਵੀ ਸਿਲਵਰ ਨਾਈਟ੍ਰੇਟ ਦੇ ਨਾਲ ਰੈਕ ਕਰਨਗੇ ਪ੍ਰੈਸਿਪੀਟੇਟ ਹੋ ਜਾਣਗੇ, ਜਾਂ ਫਿਰ ਕਹਿ ਸਕਦੇ ਜੰਮ ਜਾਣਗੇ।
पर जिहड़ा एक आयन क्लोरीन का बाजू कित्थे जाऊगा वो फिर इहदे नाल ही की होगा जी बॉन्ड होगा, ये वाले दे नाल ही बॉन्ड होगा। सो देखो जी इहनूं आपां करके वेख लेते हैं इहदी रिएक्शन की आऊगी साडे कोल जदों ये वाला जिहड़ा साडा कंपाउंड है देखो सानूं किन्ने आयन मिले जी 3 आयन मिले, जिहड़ा कबाल्ट आया वो पहले ही 5 Na3 दे नाल बॉन्ड हो गया। तो जिहड़ी क्लोरीन दे 3 आयन आए हैं जदों भी वो सिल्वर नाइट्रेट दे नाल रिएक्ट करके सिर्फ 2 क्लोरीन आयन जिहड़े आ वो की करनगे जी प्रेसिपिटेट हो गए, पर जिहड़ा एक क्लोरीन आयन बाजू है वो फिर इहदे नाल ही बॉन्ड होगा, कह सकते इहदे नाल ही इत्थे बॉन्ड होगा। सो देखो जी जिहड़े 3 क्लोरीन आयन है वो कितना रिएक्ट करते हैं। देखो जी जो असीं सिल्वर नाइट्रेट दे नाल ये वाले कंपाउंड को रिएक्ट कराया जिहड़े साडे 3 आयन आए हैं, सो देखो जी ਉਹਦੇ ਵਿੱਚ ਜਿਹੜੇ 2 ਆਇਨਸ ਆ ਉਹ ਕੀ ਕਰਦੇ ਜੀ 2 ਆਇਨਸ ਜਿਹੜੇ ਆ ਸਿਲਵਰ ਨਾਈਟ੍ਰੇਟ ਦੇ ਨਾਲ ਮਿਲ ਕੇ ਪ੍ਰੈਸਿਪੀਟੇਟ ਹੋ ਜਾਂਦੇ, ਸੋ ਵੀ ਪ੍ਰੈਸਿਪੀਟੇਟ ਹੋ ਗਏ ਜੀ। ਸੋ ਇੱਥੇ ਨੋਟ ਕਰ ਲਓ ਪ੍ਰੈਸਿਪੀਟੇਟ। ਸੋ ਇਹ ਵਾਲੇ ਜਿਹੜੇ ਇਹਦੇ ਵਿੱਚ ਕਹਿ ਸਕਦੇ ਆ ਜਿਹੜੇ 3 ਆਇਨਸ ਆ 3 ਆਇਨਸ ਆ ਉਹਦੇ ਜਿਹੜੇ 2 ਆਇਨਸ ਆ ਜਿਹੜੇ 2 ਕਲੋਰੀਨ ਦੇ ਆਇਨਸ ਆ ਉਹ ਉਹਨਾਂ ਨੇ ਕੀਤਾ ਜੀ ਜਿਹੜੇ 2 ਕਲੋਰੀਨ ਦੇ ਆਇਨਸ ਆ ਦੇਖੋ ਜੀ ਜਿਹੜੇ 2 ਕਲੋਰੀਨ ਦੇ ਆਇਨਸ ਆ ਉਹਨਾਂ ਨੇ ਸਿਲਵਰ ਨਾਈਟ੍ਰੇਟ ਨਾਲ ਰਿਐਕਟ ਕਰਕੇ ਕੀ ਬਣਾ ਲਿਆ ਜੀ ਪ੍ਰੈਸਿਪੀਟੇਟ ਬਣਾ ਲਿਆ, ਕਹਿ ਸਕਦੇ ਹਾਂ ਕਿ ਕਲੋਰੀਨ ਦੇ ਆਇਨ ਜਿਹੜੇ ਜੰਮ ਗਏ, ਪਰ ਜਿਹੜਾ ਇੱਕ ਕਲੋਰੀਨ ਆਇਨ ਬਚਦਾ ਵਾ ਉਹ ਇੱਥੇ ਬੌਂਡ ਹੋ ਗਿਆ, ਕਮਾਲ ਵੀ ਇੱਥੇ ਬੌਂਡ ਹੋ ਗਿਆ ਕਿਉਂਕਿ ਇੱਥੇ 5 Na3 ਇਸ ਕਰਕੇ ਇੱਥੇ ਬਟ 6 Na3 ਇਸ ਕਰਕੇ ਸਾਨੂੰ 4 ਆਇਨ ਮਿਲੇ ਜੀ, ਇੱਥੇ 5 Na3 ਆ 3 ਆਇਨ ਬਣੇ ਸੀ ਕੰਪਾਊਂਡ ਵਿੱਚੋਂ 3 ਆਇਨ ਜਿਹੜੇ ਆ ਉਹਦੇ ਵਿੱਚ ਕੀ ਹੈ ਜਿਹੜਾ ਇੱਕ ਕਲੋਰੀਨ ਬਚਦਾ ਉਹਦੇ ਨਾਲ ਬੌਂਡ ਹੋ ਜਾਂਦਾ, ਜਿਹੜੇ 2 ਕਲੋਰੀਨ ਆਇਨ ਹੈ ਸਿਲਵਰ ਨਾਈਟ੍ਰੇਟ ਦੇ ਨਾਲ ਰਿਐਕਟ ਕਰਕੇ ਸਾਨੂੰ ਕੀ ਬਣਾ ਦਿੰਦੇ ਆ ਸਾਡੇ ਕੋਲ ਇੱਕ 2AgCl ਪ੍ਰੈਸਿਪੀਟੇਟ ਬਣਾ ਦਿੰਦੇ ਆ, ਨਹੀਂ ਜੰਮ ਜਾਂਦੇ ਆਪਸ ਦੇ ਵਿੱਚ ਜੁੜ ਜਾਂਦੇ ਆ, ਜੰਮ ਜਾਂਦੇ ਆ, ਸੋਲਟ ਫਾਰਮ ਦੇ ਵਿੱਚ ਹੋ ਜਾਂਦੇ ਆ, ਡਰਾਈ ਫਾਰਮ ਦੇ ਵਿੱਚ ਹੋ ਜਾਂਦੇ ਆ। ਸੋ ਇਹ ਦੋ ਰਿਐਕਸ਼ਨ ਜਿਹੜੀਆਂ ਹੈ ਸਾਡੀਆਂ ਕਹਿ ਸਕਦੇ ਕਿ ਪ੍ਰੈਸਿਪੀਟੇਸ਼ਨ ਸਟੱਡੀ ਕੀਤੀ ਹੈ ਜੀ ਕਿਹਨੇ ਕੀਤੀ ਹੈ। ਅਗਰ ਇੱਥੋਂ ਦੀ ਗੱਲ ਕਰੋ ਨਾ ਇੱਥੇ ਕਲੋਰੀਨ ਦੇ ਕਿੰਨੇ ਆਏ ਜੀ ਇੱਥੇ ਕਲੋਰੀਨ ਦੇ 2 ਆਏ ਹੈ, ਸੋ ਇਹਨਾਂ ਦਾ ਨੋਟ ਕਰ ਲਓ ਜੀ ਇੱਥੇ ਕਲੋਰੀਨ ਦੇ 2 ਆਏ ਆਏ ਇਸ ਕਰਕੇ ਅਸੀਂ ਲੈ ਲਾਂਗੇ ਕਲੋਰੀਨ 2 ਆਏ। ਸੋ ਉਸ ਤੋਂ ਬਾਅਦ ਜਦੋਂ ਤੁਸੀਂ ਕਲੋਰੀਨ ਦੇ ਨੈਗੇਟਿਵ ਚਾਰਜ ਹੁੰਦਾ ਵਾ ਉਸ ਤੋਂ ਬਾਅਦ ਤੁਸੀਂ ਹੋਰ ਵੀ ਕਰਕੇ ਐਗਜ਼ਾਮਪਲ ਕਰਕੇ ਦੇਖ ਸਕਦੇ ਜੀ। ਨੈਕਸਟ ਅਸੀਂ ਗੱਲ ਕਰਾਂਗੇ ਜੀ ਕੰਡਕਟੈਂਸ ਮੈਜ਼ਰਮੈਂਟ ਦੀ। ਸੋ ਜਿਹੜੀ ਕੰਡਕਟੈਂਸ ਮੈਜ਼ਰਮੈਂਟ ਆ ਉਹ ਅਸੀਂ ਕਿੱਦਾਂ ਕਰਾਂਗੇ ਉਹਦੇ ਵਾਸਤੇ ਨੂੰ ਅਰੇਂਜ ਕਰ ਲੈਣਾ ਤੁਹਾਡੇ ਵਾਲੇ ਸੋ ਇਹਨੂੰ ਅਰੇਂਜ ਕਰ ਲੈਣਾ ਕਿ ਹੁਣ ਇਹ ਸਾਨੂੰ ਨਹੀਂ ਜ਼ਰੂਰਤ ਹੋਊਗੀ ਅਸੀਂ ਇਹਦੇ ਨੈਕਸਟ ਟੌਪਿਕ ਜਿਹੜਾ ਵਾ ਉਹ ਪੜਾਂਗੇ। ਸੋ ਜਿਹੜਾ ਨੈਕਸਟ ਟੌਪਿਕ ਆ ਕਾਫੀ ਇੰਪੋਰਟੈਂਟ ਹੈ ਤੁਹਾਡੇ ਵਾਸਤੇ, ਜਿਹੜੀ ਕੰਡਕਟੈਂਸ ਮੈਜ਼ਰਮੈਂਟ ਹੈ ਉਹ ਕੀ ਹੁੰਦੀ ਹੈ ਜੀ। ਜਿਹੜੇ ਬੱਚਿਆਂ ਨੇ ਸੋਲੂਸ਼ਨ ਵਾਲਾ ਚੈਪਟਰ ਪੜਿਆ ਨਾ ਸੈਕੰਡ ਚੈਪਟਰ ਜਿਹੜਾ ਵਾ ਤੁਹਾਡਾ ਉਹਦੇ ਵਿੱਚ ਕੀ ਹੀ ਕਰ ਚੁੱਕੇ ਹਾਂ ਕੰਡਕਟੈਂਸ ਮੈਜ਼ਰਮੈਂਟ ਜਿਹੜੀ ਆ ਉਹਦੇ ਵਿੱਚ ਅਸੀਂ ਬੜੇ ਤਰੀਕੇ ਨਾਲ ਪੜ੍ਹ ਚੁੱਕੇ ਹਾਂ। ਸੋ ਉਹ ਥੋੜੀ ਜਿਹੀ ਯੂਜ਼ ਹੋਊਗੀ ਦੇਖੋ ਜੀ ਜਦੋਂ ਹੈਡਿੰਗ ਮਿਲ ਗਿਆ ਆਪਾਂ ਦੇਖ ਲੈਂਦੇ ਹਾਂ ਐਲਫਾ ਵਰਗਾ ਤੋਂ ਵੀ ਦੇਖ ਲੈਂਦੇ ਹਾਂ। ਉਹ ਦੇਖੋ ਜੀ ਜਿਹੜਾ ਚੈਪਟਰ ਹੈ ਤਾਂ ਥੋੜਾ ਜਿਹਾ ਮੁਸ਼ਕਲ ਲੱਗ ਸਕਦਾ ਵਾ ਕਿਉਂਕਿ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਕਹਿ ਸਕਦੇ ਹਾਂ ਮੁਸ਼ਕਲ ਕਿਤੇ ਹੀ ਹੋਣੀ ਹੈ, ਬਟ ਮੈਂ ਤਾਂ ਦੇਖ ਰਿਹਾ ਜਿਹੜਾ ਬੱਚਾ ਧਿਆਨ ਨਾਲ ਪੜ੍ਹਦਾ ਹੋਇਆ ਉਹਨੂੰ ਜ਼ਰੂਰ ਸਮਝਾਊਗਾ ਕਿਉਂਕਿ ਅੱਗੇ ਜਾ ਕੇ ਜਿਹੜੀ ਡਾਇਗਰਾਮ ਤੋਂ ਬਣਨੀ ਹੈ ਨਾ ਉਹਨੇ ਤੁਹਾਡੇ ਸਾਰੇ ਕਨਸੈਪਟ ਹੀ ਕਲੀਅਰ ਕਰ ਦੇਣੇ ਆ। ਉਹਨੇ ਤੁਹਾਨੂੰ ਦੱਸ ਦੇਣਾ ਕਿ ਲੇਗਨਸ ਕੀ ਹੁੰਦਾ ਵਾ, ਸੈਂਟਰ ਐਟਮ ਕੀ ਹੁੰਦਾ ਵਾ, ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ। ਕੋਈ ਚੀਜ਼ਾਂ ਨਹੀਂ ਨਾ ਸਮਝ ਆਈਆਂ ਜਦੋਂ ਇਹ ਡਾਇਗਰਾਮ ਤੋਂ ਬਣਾਵਾਂਗੇ ਸਾਰਾ ਕੁਝ ਇਹਦੇ ਵਿੱਚ ਆ ਜਾਊਗਾ। ਇਹਦੇ ਸਟਰਕਚਰ ਬਣਦੇ ਆਗੇ ਕਿਉਂਕਿ ਕੁਝ ਪਹਿਲਾਂ ਮੈਂ ਹੈਡਿੰਗ ਬਣਾ ਲਿਆ ਇਹਦਾ ਹੈਡਿੰਗ ਇੱਥੇ ਲਿਖਿਆ ਨਹੀਂ ਹੈਗਾ, ਸੋ ਹੈਡਿੰਗ ਮੈਂ ਲਿਖ ਲੈਣਾ ਵਾ। ਸੋ ਇਹਦੇ ਵਾਸਤੇ ਜੀ ਅਸੀਂ ਹੈਡਿੰਗ ਨੋਟ ਕਰ ਲੈਂਦੇ ਹਾਂ। ਇਹ ਸਾਡਾ ਆ ਗਿਆ ਜੀ ਐਲਫਰਡ ਵਾਰਨਰ ਸ਼ੁਰੂ ਔਰ ਕੋਆਰਡੀਨੇਸ਼ਨ ਸ਼ੁਰੂ ਲੈ ਲਓ ਔਰ ਆਵਾਜ਼ ਦੀ ਸੋ ਜੀ ਇਹ ਸਾਡਾ ਆ ਗਿਆ ਐਲਫਰਡ ਵਾਰਨਰ ਸ਼ੁਰੂ। ਸੋ ਇਹਦੇ ਵਿੱਚ ਅਸੀਂ ਹੁਣ ਗੱਲ ਕਰਾਂਗੇ ਜੀ ਕੰਡਕਟੈਂਸ ਮੈਜ਼ਰਮੈਂਟ ਦੀ। ਸੈਕੰਡ ਪ੍ਰੋਪਰਟੀ ਹੈ ਜਿਹੜੀ ਐਲਫਰਡ ਵਾਰਨਰ ਨੇ ਇਹਦਾ ਕੇਸ ਆਫ ਕੋਆਰਡੀਨੇਸ਼ਨ ਕੰਪਾਊਂਡ ਸਟੱਡੀ ਕੀਤੀ। ਸੋ ਇਹ ਕੀ ਹੈ ਜੀ ਕੰਡਕਟੈਂਸ ਮੈਜ਼ਰਮੈਂਟ। ਜਿਵੇਂ ਹੀ ਮੈਟਲ ਦੇ ਵਿੱਚ ਕੰਡਕਟੈਂਸ ਹੁੰਦੀ ਹੈ ਨਾ ਉਦਾਂ ਹੀ ਸੋਲੂਸ਼ਨ ਦੇ ਵਿੱਚ ਵੀ ਕੀ ਹੁੰਦੀ ਹੈ ਜੀ ਕੰਡਕਟੈਂਸ ਹੁੰਦੀ ਹੈ। ਸੋ ਸੋਲੂਸ਼ਨ ਵਾਲੇ ਚੈਪਟਰ ਵਿੱਚ ਸਟੱਡੀ ਕੀਤੀ ਹੋਊਗੀ, ਮੈਂ ਫਾਰਮੂਲਾ ਦੱਸਦਾ ਸਮਝਾ ਲੂੰਗੀ। ਸੋ ਕੰਡਕਟੈਂਸ ਮੈਜ਼ਰਮੈਂਟ ਵੀ ਕਰ ਲਈ ਜਦੋਂ ਐਲਫਰਡ ਵਾਰਨਰ ਨੇ ਇਹਦੀ ਸਟੱਡੀ ਕੀਤੀ ਆ ਮੀਨਸ ਕੋਆਰਡੀਨੇਸ਼ਨ ਕੰਪਾਊਂਡ ਦੀ ਸਟੱਡੀ ਕੀਤੀ ਆ ਉਹਨੇ
ਜਿਹੜਾ ਕੋਆਰਡੀਨੇਸ਼ਨ ਕੰਪਾਊਂਡ ਦਾ ਸੋਲੂਸ਼ਨ ਹੈ ਉਹਦੀ ਕੰਡਕਟੈਂਸ ਮੇਜ਼ਰਮੈਂਟ ਕਰਕੇ ਰੱਖੀ ਹੈ। ਉਹ ਕੰਡਕਟੈਂਸ ਮੇਜ਼ਰਮੈਂਟ ਕਿੱਦਾਂ ਸਟੱਡੀ ਕੀਤੀ ਕਿ ਇਹਦੇ ਕਿਹੜੇ ਲਾ ਦੇ ਉੱਤੇ ਬੇਸਿਸ ਨਹੀਂ ਹੋਣੀ। ਸੋ ਦੇਖੋ ਜੀ ਅਕੋਰਡਿੰਗ ਟੂ ਕੌਰਨਰਸ ਲਾ ਆਪਾਂ ਲਿਖ ਲੈਂਦੇ ਹਾਂ ਅਕੋਰਡਿੰਗ ਟੂ ਕੌਰਨਰਸ ਲਾ। देखो ये एक ला है, एक ये अंदर सॉल्यूशन के अकॉर्डिंग ला है अकॉर्डिंग टू कॉर्नर्स ला all ions in solution all ions in solution all ions in solution all ions in solution contribute all ions in solutions are contribute का योगदान देना आपका हिस्सा होना are contribute to the conductance देखो जी ਜਿਹੜਾ ਕੌਰਨਰਸ ਲਾ ਉਹ ਕੀ ਕਹਿੰਦਾ ਵਾ ਅਕੋਰਡਿੰਗ ਟੂ ਕੌਰਨਰਸ ਲਾ all ions in solutions are contribute to the conductance means ਕੌਰਨਰਸ ਲਾ ਦੇ ਅਕੋਰਡਿੰਗ ਜਿਹੜਾ ਸਾਡੇ ਕੋਲ ਕੋਈ ਸੋਲੂਸ਼ਨ ਹੈ ਸੋਲੂਸ਼ਨ ਦੇ ਜਿੰਨੇ ਵੀ ਆਇਨਸ ਕੰਪਾਊਂਡ ਦੇ ਜਿੰਨੇ ਵੀ ਆਇਨਸ ਹੈ ਸੋਲੂਸ਼ਨ ਦੇ ਵਿੱਚ ਉਹ ਸਾਰੇ ਕੀ ਕਰਦੇ ਆ ਜੀ ਕੰਡਕਟੈਂਸ ਦੇ ਵਿੱਚ ਕੰਟਰੀਬਿਊਟ ਕਰਦੇ ਆ ਕੰਡਕਟੈਂਸ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆ ਜਿਹੜੀ ਕੋਈ ਕੰਡਕਟੈਂਸ ਹੁੰਦੀ ਹੈ ਨਾ ਉਹ ਕੰਡਕਟੈਂਸ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆ ਆਪਣਾ ਯੋਗਦਾਨ ਪਾਉਂਦੇ ਆ ਕੰਟਰੀਬਿਊਟ ਕਰਦੇ ਆ ਸੋ ਇਹ ਤੁਹਾਡਾ ਕੌਰਨਰਸ ਲਾ ਇਹਦੇ ਅਕੋਰਡਿੰਗ ਅਸੀਂ ਕੀ ਕਰਨੀ ਹੈ ਜੀ ਕੰਡਕਟੈਂਸ ਮੇਜ਼ਰਮੈਂਟ ਕਰਨੀ ਹੈ। ਸੋ ਅੱਗੇ ਦੇਖੋ ਜੀ ਅੱਗੇ ਦਾ ਫਾਰਮੂਲਾ ਲਿਖ ਦਿੰਦੇ ਆ ਜਿਹੜੀ ਕੰਡਕਟੈਂਸ ਮੇਜ਼ਰਮੈਂਟ ਦਾ ਫਾਰਮੂਲਾ ਹੁੰਦਾ ਵਾ ਇਹਦਾ ਫਾਰਮੂਲਾ ਹੈ ਸਾਡੇ ਕੋਲ ਲੈਂਡਾ m is equal to ਅੱਗੇ ਆ ਜਾਊਗਾ ਜੀ ਗ੍ਰੀਕ ਵਰਡ ਹੈ ਕੱਪਾ ਗ੍ਰੀਕ ਵਰਡ ਕੱਪਾ ਦਾ ਜੀ ਮਲਟੀਪਲਾਈ 1000 ਔਰ ਡਿਵਾਈਡਡ ਬਾਈ ਗ੍ਰੈਵਿਟੀ ਸੋ ਮੋਲਰ ਕਹਿ ਸਕਦੇ ਨੇ ਮੋਲਰ ਲਿਖ ਲਓ। ਸੋ ਵੇਖੋ ਜੀ ਜਿਹੜਾ ਲੈਂਡਾ m ਕੀ ਆ ਗਿਆ ਵੈਸੇ ਵੀ ਤੁਹਾਨੂੰ ਲਿਖਵਾ ਰਿਹਾ ਜਿਹੜਾ ਲੈਂਡਾ m ਉਹ ਕੀ ਹੁੰਦਾ ਵਾ ਸੋ ਲੈਂਡਾ m ਤੇ ਸਾਡਾ ਆ ਗਿਆ ਜੀ ਇਹਨੂੰ ਬੋਲਾਂਗੇ ਅਸੀਂ ਜਿਹੜਾ ਲੈਂਡਾ m ਹੈ ਇਹਨੂੰ ਬੋਲਾਂਗੇ ਮੋਲਰ ਕੰਡਕਟੈਂਸ ਇਹਨੂੰ ਬੋਲਾਂਗੇ ਮੋਲਰ ਕੰਡਕਟੈਂਸ ਇਹਨੂੰ ਕੋਈ ਜਿਹੜਾ ਲੈਂਡਾ m ਹੈ ਉਹਨੂੰ ਬੋਲਾਂ ਮੋਲਰ ਕੰਡਕਟੈਂਸ। ਉਸ ਤੋਂ ਬਾਅਦ ਕੇ ਦਾ ਉਹਨੇ ਦੱਸਿਆ ਗ੍ਰੀਕ ਵਰਡ ਹੁੰਦਾ ਵਾ ਪਰ ਜਿਹੜਾ ਗ੍ਰੀਕ ਵਰਡ ਹੈ ਇਹਨੂੰ ਬੋਲਦੇ ਜੀ ਕੱਪਾ ਕੱਪਾ। ਸੋ ਉਸ ਤੋਂ ਬਾਅਦ ਦੇਖੋ ਜੀ ਥਰਡ ਨੰਬਰ ਤੇ ਹੈਗਾ ਜਿਹਦੇ ਵਿੱਚ ਕੀ ਆ ਥੋੜਾ ਤਾਂ ਕਨਸੈਪਟ ਹੈ m ਦੀ ਗੱਲ ਕਰੋ ਜੀ ਜਿਹੜਾ m ਹੈ m ਦਾ ਮੋਲਰ ਹੈ ਤਾਂ ਮੋਲੈਕੂਲ ਬੋਲ ਦਿੰਦੇ m ਨੂੰ ਆਪਾਂ ਕਹਿ ਸਕਦੇ ਹਾਂ ਜਿਹੜੀ m ਹੈ ਦੇ ਵਿੱਚ ਉਹਨੂੰ ਸਾਰਾ ਨੋਟ ਕਰਦੇ ਮੋਲਰ ਵੀ ਲਿਖ ਸਕਦੇ ਆ ਔਰ ਮੋਲੈਕੂਲ ਵੀ ਲਿਖ ਸਕਦੇ ਆ। ਕੋਈ ਸੋਲੂਸ਼ਨ ਵਾਲੇ ਚੈਪਟਰ ਪੜਿਆ ਹੈ ਇਸ ਕਰਕੇ ਇਹ ਜਿਹੜੀਆਂ ਨੂੰ ਐਪਲੀਕੇਟ ਕਰਦੇ ਆ ਇਹ ਸਾਡਾ ਕੰਡਕਟੈਂਸ ਮੇਜ਼ਰਮੈਂਟ ਦਾ ਫਾਰਮੂਲਾ ਵਾ ਔਰ ਇਹ ਸਾਡਾ ਕੌਰਨਰਸ ਲਾ ਵਾ ਜਿਹੜਾ ਦੱਸਦਾ ਕਿ ਸਾਡੇ ਕੋਲ ਕੋਈ ਸੋਲੂਸ਼ਨ ਹੈ ਸੋਲੂਸ਼ਨ ਦੇ ਵਿੱਚ ਜਿੰਨੇ ਵੀ ਆਇਨਸ ਹੈ ਉਹ ਕੀ ਕਰਦੇ ਆ ਜੀ ਕੰਡਕਟੈਂਸ ਦੇ ਵਿੱਚ ਕੰਟਰੀਬਿਊਟ ਕਰਦੇ ਆ ਜਾਂ ਕਹਿ ਸਕਦੇ ਹਾਂ ਕੰਡਕਟੈਂਸ ਦੇ ਵਿੱਚ ਆਪਦਾ ਹਿੱਸਾ ਪਾਉਂਦੇ ਆ ਆਪਦਾ ਯੋਗਦਾਨ ਪਾਉਂਦੇ ਆ ਜਾਂ ਕੰਡਕਟੈਂਸ ਦੇ ਵਿੱਚ ਕੰਟਰੀਬਿਊਟ ਕਰਦੇ ਆ। ਜਿੰਨੇ ਵੀ ਸੋਲੂਸ਼ਨ ਦੇ ਵਿੱਚ ਆਇਨਸ ਆ ਉਹ ਸਾਰੇ ਕੀ ਕਰਦੇ ਆ ਜੀ ਜਿਹੜੀ ਕੰਡਕਟੈਂਸ ਹੁੰਦੀ ਹੈ ਕੰਡਕਟੈਂਸ ਦੇ ਵਿੱਚ ਕੰਟਰੀਬਿਊਟ ਕਰਦੇ ਆ। ਆਈ ਐਮ ਰਿਪੀਟਿੰਗ ਮਾਈ ਸੈਂਟੈਂਸ ਅਕੋਰਡਿੰਗ ਟੂ ਕੌਰਨਰਸ ਲਾ ਸਾਡੇ ਕੋਲ ਕੋਈ ਸੋਲੂਸ਼ਨ ਹੈ ਸੋਲੂਸ਼ਨ ਦੇ ਵਿੱਚ ਜਿੰਨੇ ਵੀ ਆਇਨਸ ਪ੍ਰੈਜ਼ੈਂਟ ਆ ਉਹ ਸਾਰੇ ਆਇਨਸ ਕੀ ਕਰਦੇ ਆ ਜੀ ਕੰਡਕਟੈਂਸ ਦੇ ਵਿੱਚ ਕੰਟਰੀਬਿਊਟ ਕਰਦੇ ਆ ਆਪਦਾ ਯੋਗਦਾਨ ਪਾਉਂਦੇ ਆ ਆਪਦਾ ਹਿੱਸਾ ਪਾਉਂਦੇ ਆ ਉਹਨੂੰ ਕੰਟਰੀਬਿਊਟ ਕਰਦੇ ਆ। ਸੋ ਇਹ ਵਾਲਾ ਦਾ ਫਾਰਮੂਲਾ ਆ ਗਿਆ। ਮੈਂ ਵੀਡੀਓ ਚੇਂਜ ਕਰਦਾ ਹਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੂਰਾ ਸਕਰੀਨ ਕਰਨੀ ਜੇ ਐਗਜ਼ਾਮਪਲ ਲੈਣੇ ਆ। ਸੋ ਮੈਂ ਵੀਡੀਓ ਜਿਹੜੀ ਆ ਕਲੋਜ਼ ਕਰਨ ਲੱਗਾ ਜੀ ਨੈਕਸਟ ਵੀਡੀਓ ਦੇ ਵਿੱਚ ਸਾਰਾ ਕਵਰ ਅਪ ਕਰ ਲੈਣਾ ਵਾ। ਸੋ ਇਹ ਸਾਰਾ ਹੁਣ ਅਸੀਂ ਕੰਡਕਟੈਂਸ ਮੇਜ਼ਰਮੈਂਟ ਅੱਗੇ ਮੈਂ ਕੰਟੀਨਿਊ ਕਰਨੀ ਹੈ ਸਰ ਵੀਡੀਓ ਚੇਂਜ ਕਰਨ ਲੱਗਾ ਜੀ ਮੈਂ। ਥੈਂਕ ਯੂ।